ਹਾਲੇਲੂਇਆ 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 ਹਾਲੇਲੂਇਆ। ਸਾਰਿਆਂ ਨੂੰ ਜੈ ਮਸੀਹ ਦੀ। ਖੁਦਾਵੰਦ ਦਾ ਸ਼ੁਕਰ ਹੈ, ਖੁਦਾਵੰਦ ਨੇ ਗਵਾਹੀ ਦੇ ਨਾਲ ਖੜੇ ਕੀਤਾ ਇੱਥੇ। ਸਾਰੀ ਮਹਿਮਾ ਸਾਰਾ ਜਲਾਲ ਮੇਰੇ ਪਰਮੇਸ਼ਰ ਨੂੰ। ਔਰ ਮੇਰੀ ਗਵਾਹੀ ਇਹ ਆ ਕਿ ਅੱਜ ਤੋਂ 3-4 ਸਾਲ ਪਹਿਲਾਂ ਅਸੀਂ ਉਦੋਂ ਪਚੈਂਸੇ ਰਹਿੰਦੇ ਹੁੰਦੇ ਸੀਗੇ ਤੇ ਮਹੀਨੇ 'ਚ ਇੱਕ ਅੱਧੀ ਵਾਰੀ ਚਰਚ ਜਾਂਦੇ ਹੁੰਦੇ। ਸਾਡੇ ਲਾਗੇ ਉੱਥੇ ਚਰਚ ਸੀਗਾ, ਉੱਥੇ ਜਾਂਦੇ ਸੀ। ਤੇ ਇੱਕ ਦਿਨ ਅਸੀਂ ਚਰਚ ਤੋਂ ਵਾਪਸ ਆ ਰਹੇ ਸੀਗੇ ਤੇ ਜਦੋਂ ਵਾਪਸ ਆ ਰਹੇ ਸੀ ਇੱਕਦਮ ਗੱਡੀ ਦੇ ਵਿੱਚ ਮੈਨੂੰ ਇੱਕ ਤਰ੍ਹਾਂ ਦਾ ਅਟੈਕ ਜਿਹਾ ਹੋਇਆ। ਮੇਰੇ ਉੱਪਰ ਜਿੱਦਾਂ ਬਲੱਡ ਪ੍ਰੈਸ਼ਰ ਵੱਧ ਗਿਆ, ਸਿਰ ਦੇ ਵਿੱਚ ਬਹੁਤ ਦਰਦ ਹੋਣੀ ਸ਼ੁਰੂ ਹੋ ਗਈ। ਮੈਂ ਗੱਡੀ ਰੋਕੀ, ਮੈਨੂੰ ਵੋਮਟਿੰਗਸ ਆਈਆਂ ਜਿੱਦਾਂ, ਤੇ ਮੇਰੀ ਅੱਖਾਂ ਬੰਦ ਹੋ ਰਹੀਆਂ ਸੀਗੀਆਂ, ਜਿੱਦਾਂ ਬੇਹੋਸ਼ ਹੋ ਰਿਹਾ ਸੀਗਾ ਮੈਂ। ਪਰ ਮੈਂ ਜ਼ਿਆਦਾ ਰਿਐਕਟ ਨਹੀਂ ਕੀਤਾ ਕਿਉਂਕਿ ਮੇਰੀ ਵਾਈਫ, ਮੇਰੇ ਬੱਚੇ ਸੀਗੇ ਨਾਲ। ਮੈਂ ਕਿਹਾ ਡਰ ਜਾਣਾ ਇਹਨਾਂ ਨੇ। ਤਾਂ ਪ੍ਰੋਂਤੋ ਸਕੋਰਸੋ ਕਾਫੀ ਦੂਰ ਸੀਗਾ, ਉੱਥੋਂ ਲਾਗੇ ਨਹੀਂ ਸੀਗਾ। ਤੇ ਮੈਂ ਪੂਰੀ ਹਿੰਮਤ ਔਰ ਖੁਦਾ ਦੇ ਅੱਗੇ ਦੁਆ ਕਰ ਰਿਹਾ ਗੈਰ ਭਾਸ਼ਾ ਦੇ ਵਿੱਚ, ਖੁਦਾ ਮੈਨੂੰ ਹਿੰਮਤ ਦੇ ਕਿ ਮੈਂ ਪ੍ਰੋਂਤੋ ਸਕੋਰਸੋ ਜਾ ਸਕਾਂ। ਕਿਉਂਕਿ ਜੇ ਮੈਂ ਉੱਥੇ ਖੜਾ ਹੋ ਜਾਂਦਾ ਤਾਂ ਫਿਰ ਇਹਨਾਂ ਨੂੰ ਲੈ ਕੇ ਜਾਣਾ ਮੁਸ਼ਕਿਲ ਹੋ ਜਾਣਾ ਸੀਗਾ। ਇਸੇ ਕਰਕੇ ਮੈਂ ਖੁਦਾਵੰਦ ਦੇ ਅੱਗੇ ਦੁਆ ਕਰਦਾ ਰਿਹਾ ਗੈਰ ਭਾਸ਼ਾ ਦੇ ਵਿੱਚ। 1-2 ਵਾਰੀ ਗੱਡੀ ਰੋਕ ਕੇ ਅੱਖਾਂ ਛਿੱਟੇ ਮਾਰੇ ਔਰ ਹਸਪੀਟਲ ਕਿਸੇ ਤਰ੍ਹਾਂ ਪਹੁੰਚ ਗਿਆ ਸੀ। ਜਦੋਂ ਮੈਂ ਪਹੁੰਚਿਆ ਉੱਥੇ ਜਾਂਦਾ, ਮੈਂ ਉੱਥੇ ਅੱਗੇ ਡਿੱਗਿਆ ਜਾ ਕੇ। ਉਹਨਾਂ ਨੇ ਚੁੱਕ ਕੇ ਮੈਨੂੰ ਫਟਾਫਟ ਉਹਨਾਂ ਅੰਦਰ ਲੈ ਗਿਆ। ਉਹਨਾਂ ਨੇ ਸਾਹ ਲੈਣ 'ਚ ਬਹੁਤ ਪ੍ਰੋਬਲਮ ਹੋ ਰਹੀ ਸੀਗੀ। ਔਰ ਮੈਨੂੰ ਥੋੜ੍ਹਾ ਜਿੰਨਾ ਯਾਦ ਆ, ਮੈਨੂੰ ਇੱਦਾਂ ਲੱਗ ਰਿਹਾ ਸੀ ਕਿ ਪਤਾ ਨਹੀਂ ਅੱਜ ਕੀ ਹੋ ਜਾਣਾ ਮੇਰੇ ਨਾਲ। ਤੇ ਮੈਨੂੰ ਹੁਣੇ ਜਦੋਂ ਮੈਂ ਪੁਲਪਟ ਦੇ ਉੱਤੇ ਇੱਥੇ ਖੜਾ ਸੀਗਾ, ਵਰਸ਼ਿਪ ਕਰ ਰਿਹਾ ਸੀ, ਖੁਦਾ ਨੇ ਮੈਨੂੰ ਅੱਜ ਇਹ ਗੱਲ ਮੇਰੇ ਤੇ ਜ਼ਾਹਿਰ ਕੀਤੀ। ਉਹ ਤੇਰੇ ਤੇ ਡੈਥ ਅਟੈਕ ਸੀਗਾ, ਮੇਰੀ ਡੈਥ ਦਾ ਅਟੈਕ ਸੀਗਾ, ਡੈਵਲ ਮੇਰੇ ਤੇ ਕਰ ਰਿਹਾ ਸੀਗਾ। ਪਰ ਖੁਦਾਵੰਦ ਦਾ ਸ਼ੁਕਰ ਹੈ, ਗਵਾਹੀ ਤੁਹਾਡੇ ਸਾਹਮਣੇ ਖੜੀ ਆ। ਹਾਲੇਲੂਇਆ ਹਾਲੇਲੂਇਆ। ਉਹ ਜ਼ਿੰਦਾ ਖੁਦਾ ਕਦੀ ਮਰਨ ਨਹੀਂ ਦਿੰਦਾ, ਉਹ ਜੀਵਨ ਦਿੰਦਾ। ਹਾਲੇਲੂਇਆ। ਔਰ ਉਸ ਤੋਂ ਬਾਅਦ ਵਿੱਚ ਕੀ ਹੋਇਆ, ਉਸ ਤੋਂ ਬਾਅਦ ਵਿੱਚ ਮੈਂ ਜਿੱਦਾਂ ਉੱਥੇ ਹਸਪੀਟਲ ਪਿਆ ਸੀਗਾ ਤੇ ਮੇਰੇ ਅੰਦਰ ਇੱਦਾਂ ਦੇ ਖਿਆਲ ਆ ਰਹੇ ਸੀਗੇ। ਔਰ ਮੈਂ ਜਦੋਂ ਉਹਨਾਂ ਨੇ ਮਸ਼ੀਨ ਦੇ ਵਿੱਚ ਪਾਇਆ, ਇੱਦਾਂ ਪੂਰਾ ਮੈਨੂੰ ਅੰਦਰ ਕੀਤਾ, ਇੱਦਾਂ ਦੇ ਅਜੀਬ ਤਰ੍ਹਾਂ ਦੇ ਟੈਸਟ ਕਰਨ ਲੱਗ ਗਏ ਉਹ। ਤੇ ਮੈਂ ਥੋੜ੍ਹਾ ਜਿਹਾ ਹੋ ਗਿਆ। ਮੈਂ ਖੁਦਾ ਨੂੰ ਕਹਿ ਰਿਹਾ, ਮੈਂ ਕਿਹਾ ਖੁਦਾ ਹਜੇ ਤਾਂ ਬਹੁਤ ਕੰਮ ਕਰਨੇ ਆ, ਇਹ ਕੀ ਹੋਣ ਡਿਆ ਮੇਰੇ ਨਾਲ। ਤੇ ਉਹਨਾਂ ਨੇ ਕਿਹਾ ਵੀ ਸਿਰ ਦੇ ਵਿੱਚ ਮੈਨੂੰ ਥੋੜ੍ਹਾ ਇੱਦਾਂ ਲੱਗਦਾ ਹੈ ਸਿਰ ਦੇ ਵਿੱਚ ਮੇਰੇ ਕੋਈ ਪ੍ਰੋਬਲਮ ਹੈ, ਕਿਉਂਕਿ ਟਸ ਬਹੁਤ ਜ਼ਿਆਦਾ ਹੋ ਰਹੀ ਸੀ। ਮੈਂ ਕਿਹਾ ਸ਼ਾਇਦ ਕੋਈ ਨਾੜ ਨਾ ਫਟ ਜਾਵੇ, ਇੱਦਾਂ ਕੁਛ। ਤੇ ਮੈਂ ਬਾਅਦ ਵਿੱਚ ਜਦੋਂ ਸਾਰੀਆਂ ਰਿਪੋਰਟਾਂ ਹੋਈਆਂ, 2-3 ਘੰਟੇ ਆਈ ਥਿੰਕ ਉੱਥੇ ਰਹੇ ਹੋਣੇ ਅਸੀਂ। ਜਦੋਂ ਸਾਰੀਆਂ ਰਿਪੋਰਟਾਂ ਹੋਈਆਂ, ਉਹਨਾਂ ਨੇ ਪਹਿਲਾਂ ਪੁੱਛਿਆ, ਮੈਂ ਕਿਹਾ ਸਿਰ ਤੇ ਸਾਰਾ ਕੁਝ ਸਹੀ ਆ? ਉਹ ਕਹਿੰਦੇ ਬਿਲਕੁਲ ਨੋਰਮਲ ਆ, ਕੋਈ ਗੱਲਬਾਤ ਨਹੀਂ ਹੈਗੀ, ਤੁਸੀਂ ਬਿਲਕੁਲ ਸਹੀ ਆ। ਪਰ ਉਸ ਤੋਂ ਬਾਅਦ ਵਿੱਚ ਕੀ ਹੋਇਆ ਕਿ ਲਗਾਤਾਰ ਮੇਰੇ ਸਿਰ ਦੇ ਵਿੱਚ ਦਰਦ ਹੋਣੀ ਸ਼ੁਰੂ ਹੋ ਗਈ। ਹਰ ਵੀਕ ਇੱਕ ਦਿਨ ਇੱਦਾਂ ਦਾ ਹੁੰਦਾ ਹੈ ਜਦੋਂ ਮੇਰੇ ਬਹੁਤ ਜ਼ਿਆਦਾ ਦਰਦ ਹੁੰਦੀ ਸੀ। ਔਰ ਜ਼ਿਆਦਾ ਦਿਨ ਉਦੋਂ ਹੀ ਹੁੰਦੀ ਸੀ ਜਿੱਦਣ ਮੈਂ ਫਾਸਟਿੰਗ ਕਰਦਾ ਹੁੰਦਾ ਸੀ। ਮੈਂ ਦਿਨ ਵੀ ਚੇਂਜ ਕਰਕੇ ਦੇਖੇ, ਉਦੋਂ ਹੀ ਹੋਣੀ ਜਿੱਦਣ ਮੈਂ ਫਾਸਟਿੰਗ ਕਰਨੀ। ਔਰ ਮੇਰੇ ਲਈ ਫਾਸਟਿੰਗ ਕਰਨੀ ਬਹੁਤ ਔਖੀ ਹੋ ਜਾਂਦੀ ਹੁੰਦੀ, ਫਾਸਟ ਨੂੰ ਪੂਰਾ ਕਰਨਾ। ਪਰ ਇੱਦਾਂ ਹੀ ਚੱਲਦਾ ਗਿਆ। ਮੈਂ ਹਮੇਸ਼ਾ ਆਪਣੀ ਗੱਡੀ ਵਿੱਚ ਰੱਖਦਾ ਹੁੰਦਾ ਸੀਗਾ, ਉਹ ਔਕੀ ਵਗੈਰਾ ਇੱਦਾਂ ਰੱਖਦਾ ਹੁੰਦਾ ਸੀਗਾ। ਤੇ ਟਾਈਮ ਗੁਜ਼ਰਦਾ ਗਿਆ। ਜਦੋਂ ਬਾਅਦ ਵਿੱਚ ਇੱਥੇ ਸ਼ਿਫਟ ਹੋ ਗਿਆ, ਇੱਥੇ ਵੀ ਚਰਚ ਦੇ ਵਿੱਚ ਆਏ। ਔਰ ਉਸ ਤੋਂ ਬਾਅਦ ਵਿੱਚ ਦਰਦ ਇੱਦਾਂ ਰਿਹਾ ਤਾਂ, ਔਰ ਮੈਂ ਡਿਕਲੇਅਰ ਨਹੀਂ ਕਰਨਾ ਚਾਹੁੰਦਾ ਹੁੰਦਾ ਹੈ। ਕਈ ਲੋਕੀ ਜਿਵੇਂ ਕਿਸੇ ਨੂੰ ਦੱਸਦਾ ਉਹ ਕਹਿੰਦੇ ਹੁੰਦੇ ਸਰਵਾਈਕਲ ਦੀ ਪ੍ਰੋਬਲਮ, ਪਰ ਮੈਂ ਡਿਕਲੇਅਰ ਨਹੀਂ ਕਰਨਾ ਚਾਹੁੰਦਾ ਸੀ। ਕਹਿੰਦੇ ਜਿਹੜੀ ਸਰਵਾਈਕਲ ਦੀ ਪ੍ਰੋਬਲਮ ਇਹ ਜਾਂਦੀ ਨਹੀਂ ਗੀ, ਇਹ ਸਾਰੀ ਉਮਰ ਰਹਿੰਦੀ, ਦਵਾਈਆਂ ਲੈਣੀਆਂ ਪੈਂਦੀਆਂ। ਪਰ ਮੈਂ ਆਪਣੇ ਮੂੰਹ 'ਚ ਇੱਦਾਂ ਬੋਲਣਾ ਨਹੀਂ ਚਾਹੁੰਦਾ ਕਿ ਮੈਨੂੰ ਸਰਵਾਈਕਲ ਦਾ ਕੁਛ ਇੱਦਾਂ ਦਾ ਹੈਗਾ। ਪਰ ਜਦੋਂ ਇੱਥੇ ਆਪਾਂ ਖੁਦਾ ਦੇ ਦਾਸ ਦੁਆ ਕਰਦੇ ਹੁੰਦੇ ਸੀ, ਔਰ ਮੈਂ ਇਹੀ ਮੇਰੇ ਮਨ 'ਚ ਹੁੰਦਾ ਵੀ ਖੁਦਾ ਦਾ ਦਾਸ ਅੱਜ ਸਰਵਾਈਕਲ ਨੂੰ ਡਾਂਟਿਆ, ਜੇ ਇਹਨੂੰ ਕੈਂਸਲ ਕਰੇ, ਅਗਰ ਜੇ ਮੇਰੇ ਅੰਦਰ ਹੈਗੀ ਵੀ ਹੈ ਤੇ ਖਤਮ ਹੋਵੇ ਮੇਰੇ ਅੰਦਰੋਂ। ਔਰ ਇੱਕ ਦਿਨ ਇੱਦਾਂ ਹੋਇਆ, ਆਈ ਥਿੰਕ 2 ਹਫ਼ਤੇ ਪਹਿਲੋਂ ਦੀ ਗੱਲ ਆ, ਖੁਦਾ ਦੇ ਦਾਸ ਨੇ ਫਿਰ ਉਹ ਲਫ਼ਜ਼ ਬੋਲ ਹੀ ਦਿੱਤਾ, ਮੈਂ ਸਰਵਾਈਕਲ ਨੂੰ ਕੈਂਸਲ ਕਰਦਾ, ਆਪਣੇ ਸਿਰਾਂ ਤੇ ਹੱਥ ਰੱਖੋ। ਮੈਨੂੰ ਰਿਸੀਵ ਕੀਤਾ, ਮੈਂ ਪੁਲਪਟ ਤੇ ਖੜਾ ਇੱਦਾਂ ਕਰਕੇ ਮੈਨੂੰ ਰਿਸੀਵ ਕੀਤਾ। ਔਰ ਪਹਿਲਾ ਹਫ਼ਤਾ ਗੁਜ਼ਰਿਆ, ਕੋਈ ਦਰਦ ਨਹੀਂ ਹੋਈ ਮੇਰੇ। ਸਾਰਾ ਸਰਵਾਈਕਲ ਜੋ ਵੀ ਸੀਗਾ ਉਹ ਚਲੇ ਗਿਆ। ਮੈਂ ਪਿਛਲੇ ਸੰਡੇ ਗਵਾਹੀ ਨਹੀਂ ਦਿੱਤੀ, ਮੈਂ ਕਿਹਾ ਹਜੇ ਗਵਾਹੀ ਨਹੀਂ ਦੇਣੀ, 1 ਵੀਕ ਹੋਰ ਮੈਂ ਚੈੱਕ ਕਰੂੰਗਾ ਵੀ ਸਹੀ ਤਰ੍ਹਾਂ ਹੋ ਗਿਆ, ਸਹੀ ਆ ਕਿੱਦਾਂ। ਫਿਰ ਪੂਰਾ ਵੀਕ ਮੈਂ ਚੈੱਕ ਕੀਤਾ, ਆ ਦੂਸਰਾ ਹਫ਼ਤਾ ਵਾ, ਕੋਈ ਦਰਦ ਨਹੀਂ ਹੋਈ, ਬਿਲਕੁਲ ਸਾਰਾ ਕੁਝ ਸਹੀ ਆ। ਹਾਲੇਲੂਇਆ ਹਾਲੇਲੂਇਆ। ਸਾਰਾ ਜਲਾਲ, ਸਾਰੀ ਮਹਿਮਾ ਪਰਮੇਸ਼ਰ ਦੀ। ਔਰ ਖੜੇ ਰਹਿਣਾ, ਬਣੇ ਰਹਿਣਾ ਬਹੁਤ ਜ਼ਰੂਰੀ ਆ। ਧਰਮੀ ਦੇ ਜ਼ਿੰਦਗੀ ਦੇ ਵਿੱਚ ਤਕਲੀਫਾਂ ਆਉਂਦੀਆਂ, ਪਰ ਉਹਦੀ ਟੈਸਟਮਨੀ ਜਦੋਂ ਪੂਰੀ ਹੁੰਦੀ, ਉਹ ਖੁਦਾ ਦੀ ਮਹਿਮਾ ਲਈ ਹੁੰਦੀ ਆ। ਸਾਡੇ ਸਪਿਰਚੁਅਲ ਫਾਦਰ ਪੋਸਟਲ ਜੀ ਸੁਬਾਹ ਦੱਸ ਰਹੇ ਸੀ ਇਸ ਗੱਲ ਨੂੰ। ਔਰ ਇਹ ਸਾਰੀਆਂ ਗਵਾਹੀਆਂ ਖੁਦਾ ਦੀ ਮਹਿਮਾ ਦੇ ਲਈ ਆ। ਹਾਲੇਲੂਇਆ। ਇੱਕ ਜ਼ੋਰਦਾਰ ਤਾੜੀ ਪਰਮੇਸ਼ਰ ਦੇ ਲਈ ਮਾਰੀਏ। ਹਾਲੇਲੂਇਆ ਹਾਲੇਲੂਇਆ। ਸਾਰਿਆਂ ਨੂੰ ਜੈ ਮਸੀਹ ਦੀ।